ਸਾਲ ਦੀ ਸ਼ਾਮ ਸੀ ਅਤੇ ਚਾਰੋਂ ਪਾਸੇ ਬਰਫ਼ ਪੈ ਰਹੀ ਸੀ। ਸਟਾਲਬਾਮ ਫੈਮਿਲੀ ਦਾ ਘਰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਿਆ ਹੋਇਆ ਸੀ। ਰੰਗ ਬਿਰੰਗੀ ਚਮਕਦੀ ਹੋਈ ਸਜਾਵਟ ਅਤੇ ਜਗਮਗਾਉਂਦੀ ਰੌਸ਼ਨੀ ਨਾਲ ਭਰਿਆ ਇੱਕ ਵੱਡਾ ਜਿਹਾ ਕ੍ਰਿਸਮਸ ਟਰੀ। ਅਚਾਨਕ ਦਰਵਾਜ਼ੇ ਤੇ ਕਿਸੇ ਦੇ ਖੜਕਾਉਣ ਦੀ ਆਵਾਜ਼ ਆਈ। ਕਲਾਰਾ, ਜੋ ਘਰ ਵਿੱਚ ਸਭ ਤੋਂ ਛੋਟੀ ਸੀ, ਦਰਵਾਜ਼ੇ ਵੱਲ ਬੜੀ ਖੁਸ਼ੀ ਨਾਲ ਦੌੜ ਪਈ ਅਤੇ ਉਹਨੇ ਦਰਵਾਜ਼ਾ ਖੋਲ੍ਹਿਆ। ਅੰਕਲ ਡਰੌਸਲਮੇਅਰ ਆਪਣੇ ਨਾਲ ਬਹੁਤ ਸਾਰੇ ਤੋਹਫੇ ਲੈ ਕੇ ਆਏ ਹੋਏ ਸੀ। ਜਦੋਂ ਕਲਾਰਾ ਨੇ ਆਪਣੇ ਚਹੇਤੇ ਅੰਕਲ ਨੂੰ ਇੰਨੇ ਸਾਰੇ ਤੋਹਫਿਆਂ ਦੇ ਨਾਲ ਵੇਖਿਆ ਤਾਂ ਬਹੁਤ ਹੀ ਖੁਸ਼ ਹੋਈ। ਕਲਾਰਾ ਆਪਣਾ ਤੋਹਫਾ ਲੈਣ ਦੇ ਲਈ ਅੱਧੀ ਰਾਤ ਤੱਕ ਇੰਤਜ਼ਾਰ ਨਹੀਂ ਕਰ ਸਕਦੀ ਸੀ। ਉਹਨੂੰ ਉਹ ਤੋਹਫਾ ਉਸੇ ਵੇਲੇ ਹੀ ਚਾਹੀਦਾ ਸੀ। ਅੰਕਲ ਡਰੌਸਲਮੇਅਰ ਕਲਾਰਾ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ, ਤਾਂ ਇਸੇ ਲਈ ਉਹਨਾਂ ਨੇ ਉਸ ਨੂੰ ਤੋਹਫਾ ਦੇ ਦਿੱਤਾ। ਬਹੁਤ ਹੀ ਉਤਸੁਕਤਾ ਨਾਲ ਕਲਾਰਾ ਨੇ ਆਪਣਾ ਤੋਹਫਾ ਖੋਲ੍ਹਿਆ। ਇਹ ਬਾਕੀ ਤੋਹਫਿਆਂ ਦੇ ਮੁਕਾਬਲੇ ਸਭ ਤੋਂ ਦਿਲਚਸਪ ਤੋਹਫਾ ਸੀ। ਉਸ ਦੇ ਅੰਕਲ ਦਾ ਤੋਹਫਾ ਇੱਕ ਮਜ਼ੇਦਾਰ ਮੂੰਹ ਵਾਲਾ ਨਟ ਕ੍ਰੈਕਰ ਸੀ, ਜਿਸ ਦੀ ਲਾਲ ਨੱਕ ਅਤੇ ਪਤਲੀਆਂ ਮੁੱਛਾਂ ਸੀ। ਕਲਾਰਾ ਨੂੰ ਅਜਿਹਾ ਖਿਡੌਣਾ ਪਹਿਲਾਂ ਕਦੇ ਨਹੀਂ ਸੀ ਮਿਲਿਆ। ਇਹ ਨਟ ਕ੍ਰੈਕਰ ਖਿਡੌਣਾ ਉਹਨੂੰ ਬਹੁਤ ਪਸੰਦ ਆਇਆ। ਉਹ ਉਸ ਖਿਡੌਣੇ ਦੇ ਨਾਲ ਖੇਡਣ ਲੱਗੀ ਅਤੇ ਨੱਚਣ ਵੀ। ਕਲਾਰਾ ਦੀ ਸ਼ਰਾਰਤੀ ਭਰਾ ਫ੍ਰਿਟਜ਼ ਨੂੰ ਆਪਣਾ ਤੋਹਫਾ ਪਸੰਦ ਨਹੀਂ ਆਇਆ ਅਤੇ ਉਹਨੇ ਉਹਨੂੰ ਸੁੱਟ ਦਿੱਤਾ। ਉਹਨੂੰ ਕਲਾਰਾ ਦਾ ਨਟ ਕ੍ਰੈਕਰ ਜ਼ਿਆਦਾ ਪਸੰਦ ਆਇਆ, ਇਸੇ ਲਈ ਉਹ ਉਹਨੂੰ ਕਲਾਰਾ ਤੋਂ ਲੈਣ ਦੀ ਕੋਸ਼ਿਸ਼ ਕਰਨ ਲੱਗਾ। ਇਹ ਮੈਨੂੰ ਚਾਹੀਦਾ ਹੈ। ਨਹੀਂ ਫ੍ਰਿਟਜ਼, ਇਹ ਮੇਰਾ ਹੈ। ਆਖਰਕਾਰ ਫ੍ਰਿਟਜ਼ ਕਲਾਰਾ ਦੇ ਹੱਥ ਤੋਂ ਨਟ ਕ੍ਰੈਕਰ ਖੋਣ ਵਿੱਚ ਸਫਲ ਹੋ ਗਿਆ। ਓਏ ਫ੍ਰਿਟਜ਼, ਤੂੰ ਛੇਤੀ ਮੈਨੂੰ ਮੇਰਾ ਖਿਡੌਣਾ ਵਾਪਸ ਕਰ ਦੇ। ਤੂੰ ਜਾ ਕੇ ਆਪਣੇ ਖਿਡੌਣੇ ਨਾਲ ਖੇਡ। ਮੈਨੂੰ ਉਹ ਚੂਹਾ ਬਿਲਕੁਲ ਪਸੰਦ ਨਹੀਂ। ਇਹ ਨਟ ਕ੍ਰੈਕਰ ਮੇਰਾ ਹੈ। ਪਲੀਜ਼ ਫ੍ਰਿਟਜ਼, ਮੈਨੂੰ ਮੇਰਾ ਨਟ ਕ੍ਰੈਕਰ ਵਾਪਸ ਦੇ ਦੇ। ਆ ਜਾ, ਲੈ ਲੈ। ਤੇ ਜਦੋਂ ਕਲਾਰਾ ਨਟ ਕ੍ਰੈਕਰ ਨੂੰ ਲੈਣ ਫ੍ਰਿਟਜ਼ ਦੇ ਕੋਲ ਗਈ, ਉਹਨੇ ਵੇਖਿਆ ਉਸ ਨਟ ਕ੍ਰੈਕਰ ਦਾ ਇੱਕ ਹੱਥ ਟੁੱਟ ਕੇ ਜ਼ਮੀਨ ਤੇ ਪਿਆ ਹੋਇਆ ਸੀ। ਕਲਾਰਾ ਬਹੁਤ ਹੀ ਉਦਾਸ ਹੋ ਗਈ ਅਤੇ ਰੋਣ ਲੱਗੀ। ਫਿਕਰ ਨਾ ਕਰ ਕਲਾਰਾ, ਮੈਂ ਉਹਨੂੰ ਠੀਕ ਕਰ ਦਿਆਂਗਾ। ਅੱਧੀ ਰਾਤ ਗੁਜ਼ਰ ਚੁੱਕੀ ਸੀ। ਨਵੇਂ ਸਾਲ ਦਾ ਜਸ਼ਨ ਖਤਮ ਹੋ ਗਿਆ ਸੀ ਅਤੇ ਸਾਰੇ ਬੱਚਿਆਂ ਦੀ ਤਰ੍ਹਾਂ ਕਲਾਰਾ ਵੀ ਬਹੁਤ ਥੱਕ ਗਈ ਸੀ ਅਤੇ ਉਹ ਸੌਂ ਗਈ। ਪਰ ਉਹ ਆਪਣੇ ਆਪ ਨੂੰ ਨਟ ਕ੍ਰੈਕਰ ਦੇ ਬਾਰੇ ਵਿੱਚ ਸੋਚਣ ਤੋਂ ਨਹੀਂ ਰੋਕ ਸਕੀ। ਮੈਨੂੰ ਉਮੀਦ ਹੈ ਕਿ ਅੰਕਲ ਨਟ ਕ੍ਰੈਕਰ ਨੂੰ ਠੀਕ ਕਰ ਦੇਣਗੇ। ਇੱਕ ਉਤਸ਼ਾਹ ਭਰੀ ਜਿਗਿਆਸਾ ਦੇ ਨਾਲ ਕਲਾਰਾ ਬੈੱਡ ਤੋਂ ਕੁੱਦ ਕੇ ਉਤਰੀ ਅਤੇ ਇੱਕ ਉਮੀਦ ਦੇ ਨਾਲ ਉਹ ਲਿਵਿੰਗ ਰੂਮ ਵਿੱਚ ਪਹੁੰਚੀ ਅਤੇ ਉਹਨੇ ਵੇਖਿਆ ਨਟ ਕ੍ਰੈਕਰ ਠੀਕ ਹੋ ਕੇ ਕ੍ਰਿਸਮਸ ਟਰੀ ਦੇ ਕੋਲ ਪਿਆ ਸੀ। ਕਲਾਰਾ ਬਹੁਤ ਖੁਸ਼ ਹੋਈ ਅਤੇ ਉਹਨੇ ਨਟ ਕ੍ਰੈਕਰ ਨੂੰ ਗਲੇ ਨਾਲ ਲਾ ਲਿਆ ਅਤੇ ਸਕੂਨ ਨਾਲ ਸੌਂ ਗਈ। ਕੁਝ ਦੇਰ ਬਾਅਦ ਕਲਾਰਾ ਨੂੰ ਕੁਝ ਮਜ਼ੇਦਾਰ ਆਵਾਜ਼ ਸੁਣਾਈ ਦਿੱਤੀ ਅਤੇ ਹੌਲੀ ਜਿਹੇ ਉਹਨੇ ਆਪਣੀਆਂ ਅੱਖਾਂ ਖੋਲ੍ਹੀਆਂ। ਉਹਨੂੰ ਲੱਗਿਆ ਕਿ ਉਹ ਸੁਪਨਾ ਵੇਖ ਰਹੀ ਹੈ ਅਤੇ ਇਸੇ ਲਈ ਫਿਰ ਤੋਂ ਸੌਂ ਗਈ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸੇ ਵੇਲੇ ਉਹਨੇ ਨੈਵਰਲੈਂਡ ਜਾਣ ਦੇ ਲਈ ਆਪਣੀ ਯਾਤਰਾ ਸ਼ੁਰੂ ਕਰ ਲਈ ਸੀ। ਉਹ ਆਵਾਜ਼ਾਂ ਫਿਰ ਤੋਂ ਆਉਣ ਲੱਗੀਆਂ, ਜਿਵੇਂ ਕਿ ਹਰ ਪਾਸੇ ਚੂਹੇ ਆਵਾਜ਼ਾਂ ਕਰ ਰਹੇ ਹੋਣ। ਕਲਾਰਾ ਨੇ ਇੱਕ ਵਾਰ ਫਿਰ ਆਪਣੀਆਂ ਅੱਖਾਂ ਖੋਲ੍ਹੀਆਂ। ਘਰ ਦਾ ਸਾਰਾ ਫਰਨੀਚਰ ਹੁਣ ਕਾਫੀ ਵੱਡਾ ਲੱਗਣ ਲੱਗਾ। ਕ੍ਰਿਸਮਸ ਟਰੀ ਜਿੱਥੇ ਉਹ ਸੌਂ ਰਹੀ ਸੀ, ਹੁਣ ਇੱਕ ਵਿਸ਼ਾਲ ਦਰਖਤ ਨਜ਼ਰ ਆ ਰਿਹਾ ਸੀ। ਕਲਾਰਾ ਹੁਣ ਪੂਰੀ ਤਰ੍ਹਾਂ ਨਾਲ ਜਗ ਗਈ ਅਤੇ ਉਸੇ ਵੇਲੇ ਉਹਨੂੰ ਇਹ ਅਹਿਸਾਸ ਹੋਇਆ ਕਿ ਸਾਰੀਆਂ ਚੀਜ਼ਾਂ ਵੱਡੀਆਂ ਨਹੀਂ ਹੋ ਰਹੀਆਂ ਸੀ, ਬਲਕਿ ਉਹ ਖੁਦ ਸਿੰਗੁੜ ਗਈ ਸੀ ਅਤੇ ਉਹਨੇ ਵੇਖਿਆ ਕਿ ਚੂਹਿਆਂ ਦਾ ਰਾਜਾ ਆਪਣੀ ਸੈਨਾ ਦੇ ਨਾਲ ਉਹਦੇ ਵੱਲ ਵੱਧ ਰਿਹਾ ਸੀ। ਕਲਾਰਾ ਬਹੁਤ ਡਰ ਗਈ ਅਤੇ ਉਹ ਭੱਜਣਾ ਚਾਹੁੰਦੀ ਸੀ, ਪਰ ਉਹਨਾਂ ਵਿਸ਼ਾਲ ਚੂਹਿਆਂ ਨੇ ਉਹਨੂੰ ਰੋਕ ਲਿੱਤਾ। ਉਹਨਾਂ ਨੇ ਕਲਾਰਾ ਨੂੰ ਘੇਰ ਲਿਆ ਅਤੇ ਹੌਲੀ-ਹੌਲੀ ਉਹਦੇ ਵੱਲ ਵਧਣ ਲੱਗੇ। ਉਸੇ ਵੇਲੇ ਨਟ ਕ੍ਰੈਕਰ ਵੀ ਜ਼ਿੰਦਾ ਹੋ ਗਿਆ। ਤੂੰ ਇੱਥੇ ਕਿਉਂ ਖੜੀ ਹੈ ਕਲਾਰਾ? ਅਸੀਂ ਉਸ ਪੇੜ ਤੇ ਚੜ ਕੇ ਇੱਥੋਂ ਭੱਜ ਸਕਦੇ ਹਾਂ। ਕਲਾਰਾ ਅਤੇ ਨਟ ਕ੍ਰੈਕਰ ਪੇੜ ਤੇ ਚੜ ਗਏ ਅਤੇ ਉੱਪਰੀ ਮੰਜ਼ਲ ਤੇ ਕੁੱਦ ਕੇ ਪਹੁੰਚ ਗਏ। ਅਸੀਂ ਭੱਜ ਕੇ ਕਿੱਥੇ ਜਾਵਾਂਗੇ? ਇਹ ਤੇਰਾ ਘਰ ਹੈ ਤੇ ਤੈਨੂੰ ਐਸੀ ਕੋਈ ਥਾਂ ਪਤਾ ਹੋਣੀ ਜਿੱਥੇ ਤੈਨੂੰ ਚੂਹੇ ਨਾ ਲੱਭ ਸਕਣ। ਕਲਾਰਾ ਭੱਜ ਰਹੀ ਸੀ ਅਤੇ ਨਟ ਕ੍ਰੈਕਰ ਕਿਤੇ ਨਜ਼ਰ ਨਹੀਂ ਆ ਰਿਹਾ ਸੀ।
ਚੂਹੇ ਘਰ ਦੇ ਚਾਰੋਂ ਪਾਸੇ ਫੈਲ ਗਏ ਸੀ ਅਤੇ ਉਹ ਕਲਾਰਾ ਨੂੰ ਲੱਭ ਰਹੇ ਸੀ। ਉਸੇ ਵੇਲੇ ਨਟਕ੍ਰੈਕਰ ਇੱਕ ਖਿਡੌਣਿਆਂ ਦੀ ਦੁਕਾਨ ਤੇ ਪਹੁੰਚਿਆ। ਉਹਨੇ ਵੇਖਿਆ ਕਿ ਕਾਫੀ ਸਾਰੇ ਨਿੱਕੇ ਫੌਜੀ ਬਾਰੀ ਦੇ ਵੱਲ ਬੈਠੇ ਹੋਏ ਸੀ। ਉਹਨੇ ਇੱਕ ਪੱਥਰ ਚੱਕਿਆ ਅਤੇ ਪੱਥਰ ਨਾਲ ਬਾਰੀ ਦੇ ਸ਼ੀਸ਼ੇ ਨੂੰ ਤੋੜਿਆ। ਉਹ ਸਾਥੀਓ, ਤੁਸੀਂ ਇੱਥੇ ਕੀ ਕਰ ਰਹੇ ਹੋ? ਮੇਰੀ ਦੋਸਤ ਕਲਾਰਾ ਮੁਸੀਬਤ 'ਚ ਹੈ। ਚੂਹਿਆਂ ਦਾ ਰਾਜਾ ਆਪਣੀ ਸੈਨਾ ਦੇ ਨਾਲ ਉਹਨੂੰ ਪਕੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਚਾਨਕ ਉਹ ਸਾਰੇ ਫੌਜੀ ਜ਼ਿੰਦਾ ਹੋ ਗਏ ਅਤੇ ਉਸ ਬਾਰੀ ਤੋਂ ਬਾਹਰ ਕੁੱਦ ਕੇ ਨਟਕ੍ਰੈਕਰ ਦੇ ਪਿੱਛੇ ਦੌੜਨ ਲੱਗੇ। ਜਦ ਨਟਕ੍ਰੈਕਰ ਘਰ ਵਿੱਚ ਵਾਪਸ ਆਇਆ ਤਾਂ ਜਿਵੇਂ ਉੱਥੇ ਜੰਗ ਛਿੜ ਗਈ ਸੀ। ਚੂਹਿਆਂ ਨੇ ਸਾਰਾ ਘਰ ਉਥਲ-ਪੁਥਲ ਕਰ ਦਿੱਤਾ ਸੀ। ਨਟਕ੍ਰੈਕਰ ਅਤੇ ਉਸ ਦੇ ਸਾਥੀਆਂ ਨੇ ਆਪਣੀਆਂ ਤਲਵਾਰਾਂ ਕੱਢੀਆਂ ਅਤੇ ਚੂਹਿਆਂ ਦੇ ਰਾਜਾ ਅਤੇ ਉਹਨਾਂ ਦੀ ਸੈਨਾ ਦੇ ਨਾਲ ਲੜਨ ਲੱਗੇ। ਬਦਕਿਸਮਤੀ ਨਾਲ ਉੱਥੇ ਫੌਜੀਆਂ ਤੋਂ ਜ਼ਿਆਦਾ ਚੂਹੇ ਮੌਜੂਦ ਸੀ। ਕਾਫੀ ਫੌਜੀ ਘਾਇਲ ਹੋ ਗਏ। ਨਟਕ੍ਰੈਕਰ ਦੀ ਹਾਲਤ ਖਰਾਬ ਸੀ। ਉਹਨੂੰ ਵੀ ਕਾਫੀ ਚੋਟਾਂ ਆਈਆਂ ਸੀ। ਕਲਾਰਾ ਜਿੱਥੇ ਲੁਕੀ ਹੋਈ ਸੀ ਉੱਥੋਂ ਬਾਹਰ ਆ ਗਈ। ਉਹਨੂੰ ਲੱਗਿਆ ਉਹਨੂੰ ਕੁਝ ਕਰਨਾ ਚਾਹੀਦਾ, ਪਰ ਉਹ ਇੰਨੀ ਛੋਟੀ ਸੀ ਕਿ ਉਹਨੂੰ ਲੱਗਿਆ ਕੁਝ ਵੀ ਕਰਨਾ ਮੁਮਕਿਨ ਨਹੀਂ ਹੋਵੇਗਾ। ਚੂਹਿਆਂ ਦਾ ਰਾਜਾ ਨਟਕ੍ਰੈਕਰ ਦੇ ਕੋਲ ਗਿਆ ਅਤੇ ਉਹਨੇ ਆਪਣੀ ਤਲਵਾਰ ਨਟਕ੍ਰੈਕਰ ਦੇ ਮੂੰਹ ਵੱਲ ਰੱਖੀ। ਡਰ ਦੇ ਮਾਰੇ ਕਲਾਰਾ ਚੀਖੀ ਅਤੇ ਉਹਨੇ ਆਪਣੀ ਜੁੱਤੀ ਚੂਹਿਆਂ ਦੇ ਰਾਜਾ ਵੱਲ ਸੁੱਟੀ। ਤੂੰ ਗੰਦਾ ਚੂਹਾ! ਜੁੱਤੀ ਉੱਡ ਕੇ ਚੂਹਿਆਂ ਦੇ ਰਾਜਾ ਦੇ ਸਿਰ ਦੇ ਉੱਤੇ ਜਾ ਵੱਜੀ। ਚੂਹਿਆਂ ਦਾ ਰਾਜਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਆਪਣੇ ਰਾਜਾ ਨੂੰ ਜ਼ਮੀਨ ਤੇ ਪਿਆ ਵੇਖ ਬਾਕੀ ਚੂਹੇ ਸਮਝ ਗਏ ਕਿ ਉਹ ਇਹ ਜੰਗ ਹਾਰ ਚੁੱਕੇ ਹਨ ਅਤੇ ਇਸ ਲਈ ਉਹ ਸਾਰੇ ਚੂਹੇ ਆਪਣੇ ਰਾਜਾ ਨੂੰ ਨਾਲ ਲੈ ਕੇ ਘਰ ਤੋਂ ਬਾਹਰ ਚਲੇ ਗਏ। ਕਲਾਰਾ ਨਟਕ੍ਰੈਕਰ ਦੇ ਕੋਲ ਦੌੜ ਕੇ ਪਹੁੰਚੀ। ਉਹ ਬੇਹੋਸ਼ ਜ਼ਮੀਨ ਤੇ ਪਿਆ ਹੋਇਆ ਸੀ। ਕਲਾਰਾ ਆਪਣੇ ਗੋਡਿਆਂ ਤੇ ਬਹਿ ਕੇ ਰੋਣ ਲੱਗੀ। ਨਟਕ੍ਰੈਕਰ ਉੱਠ ਜਾ! ਅਚਾਨਕ ਇੱਕ ਪਰੀ ਉੱਥੇ ਪ੍ਰਗਟ ਹੋਈ ਕਲਾਰਾ ਦੇ ਪਿੱਛੇ। ਆਪਣੇ ਨੀਲੇ ਕੱਪੜੇ, ਪੰਖ ਅਤੇ ਲਾਲੀਪੌਪ ਵਰਗੀ ਜਾਦੂਈ ਛੜੀ ਦੇ ਨਾਲ ਉਹ ਪਰੀ ਬਹੁਤ ਹੀ ਸੋਹਣੀ ਲੱਗ ਰਹੀ ਸੀ। ਪਰੀ ਕਲਾਰਾ ਨੂੰ ਰੋਂਦੇ ਹੋਏ ਨਹੀਂ ਵੇਖ ਪਾ ਰਹੀ ਸੀ ਅਤੇ ਇਸੇ ਲਈ ਉਹਨੇ ਆਪਣੇ ਜਾਦੂ ਦਾ ਇਸਤੇਮਾਲ ਕੀਤਾ ਅਤੇ ਠੀਕ ਉਸੇ ਵੇਲੇ ਨਟਕ੍ਰੈਕਰ ਇੱਕ ਸੋਹਣੇ ਜਿਹੇ ਰਾਜਕੁਮਾਰ ਵਿੱਚ ਤਬਦੀਲ ਹੋ ਗਿਆ। ਕਲਾਰਾ ਖੁਸ਼ੀ ਤੇ ਹੈਰਾਨੀ ਦੇ ਨਾਲ ਬਦੋ-ਬਦੀ ਰਾਜਕੁਮਾਰ ਨੂੰ ਤੱਕਣ ਲੱਗੀ। ਰਾਜਕੁਮਾਰ ਨੇ ਆਪਣਾ ਹੱਥ ਵਧਾਇਆ ਅਤੇ ਫਿਰ ਉਹ ਦੋਨੋਂ ਨੱਚਣ ਲੱਗੇ। ਇਹ ਇੱਕ ਜਾਦੂਈ ਨ੍ਰਿਤ ਸੀ। ਕਲਾਰਾ ਨੂੰ ਇਹ ਅਹਿਸਾਸ ਹੋਇਆ ਕਿ ਉਹ ਹਵਾ ਵਿੱਚ ਉੱਡ ਰਹੀ ਸੀ। ਤੇ ਉੱਥੇ ਪ੍ਰਗਟ ਹੋਈ ਕੈਂਡੀ ਪਰੀ। ਕਾਫੀ ਸਾਰੀਆਂ ਬਾਕੀ ਪਰੀਆਂ ਵੀ ਉੱਥੇ ਮੌਜੂਦ ਸਨ। ਉਹ ਪਰੀਆਂ ਕਲਾਰਾ ਅਤੇ ਰਾਜਕੁਮਾਰ ਨੂੰ ਕੈਂਡੀ ਲੈਂਡ ਲੈ ਗਈਆਂ। ਕੈਂਡੀ ਦੇ ਬਣੇ ਪੇੜ, ਜੈਲੀ ਬਿਨ ਦੇ ਫੁੱਲ, ਗੁਲਾਬੀ ਤਿਤਲੀਆਂ, ਸੁਨਹਿਰੀ ਟੌਫੀਆਂ ਦੇ ਸੇਬ। ਉਹ ਇੱਕ ਕਰਾਮਾਤੀ ਜਗ੍ਹਾ ਸੀ। ਕਲਾਰਾ ਆਪਣੀ ਕਹਾਣੀ ਦੱਸਣ ਲੱਗੀ। ਉਸ ਦੇ ਨਾਲ ਜੋ ਕੁਝ ਵੀ ਹੋਇਆ ਸੀ। ਮੈਨੂੰ ਪਤਾ ਹੈ ਤੇਰੇ ਨਾਲ ਕੀ ਹੋਇਆ ਸੀ। ਡਰ ਨਾ, ਤੂੰ ਸਾਡੇ ਨਾਲ ਸੁਰੱਖਿਅਤ ਹੈ। ਕੁਝ ਦੇਰ ਬਾਅਦ ਉੱਥੇ ਇੱਕ ਬਾਂਸੁਰੀ ਦੀ ਸੋਹਣੀ ਧੁਨ ਪੂਰੇ ਵਾਤਾਵਰਣ ਵਿੱਚ ਗੂੰਜ ਗਈ ਅਤੇ ਫਿਰ ਪਰੀਆਂ ਅਤੇ ਰੰਗ-ਬਿਰੰਗੇ ਫੁੱਲ ਨੱਚਣ ਲੱਗੇ। ਕੁਝ ਦੇਰ ਬਾਅਦ ਨਟਕ੍ਰੈਕਰ ਅਤੇ ਕਲਾਰਾ ਵੀ ਨੱਚਣ ਲੱਗੇ। ਚਾਰੋਂ ਪਾਸੇ ਨੱਚਦੇ ਹੋਏ ਰੰਗ-ਬਿਰੰਗੇ ਪੇੜ, ਲਾਲੀਪੌਪਸ ਅਤੇ ਕੈਂਡੀਜ਼। ਕਲਾਰਾ ਅਤੇ ਰਾਜਕੁਮਾਰ ਨੂੰ ਅਚਾਨਕ ਇਹ ਅਹਿਸਾਸ ਹੋਇਆ ਕਿ ਉਹ ਸਟੇਜ ਤੇ ਹਨ। ਜਦ ਬਾਂਸੁਰੀ ਦੀ ਉਹ ਧੁਨ ਖਤਮ ਹੋ ਗਈ, ਕਲਾਰਾ ਨੇ ਆਸੇ-ਪਾਸੇ ਵੇਖਿਆ। ਉਹ ਸਟੇਜ ਤੇ ਸੀ ਅਤੇ ਆਡੀਅנס ਤਾੜੀਆਂ ਦੀ ਗੜਗੜਾਹਟ ਵਿੱਚ ਉਹਦੀ ਤਾਰੀਫ ਕਰ ਰਹੇ ਸੀ। ਕਲਾਰਾ ਨੇ ਝੁਕ ਕੇ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਖੁਸ਼ੀ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ। ਕਲਾਰਾ, ਕਲਾਰਾ! ਉਸੇ ਵੇਲੇ ਉਹਦੀ ਮਾਂ ਨੇ ਉਹਨੂੰ ਆਵਾਜ਼ ਦਿੱਤੀ ਅਤੇ ਫਿਰ ਕਲਾਰਾ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਉਹਨੇ ਆਪਣੀਆਂ ਅੱਖਾਂ ਨੂੰ ਮਲਦੇ ਹੋਏ ਆਸੇ-ਪਾਸੇ ਵੇਖਿਆ। ਫਿਰ ਵੇਖਿਆ ਕਿ ਨਟਕ੍ਰੈਕਰ ਉਹਦੀ ਗੋਦ ਵਿੱਚ ਸੀ। ਬੜੀ ਹੈਰਾਨੀ ਨਾਲ ਕਲਾਰਾ ਦੀ ਮਾਂ ਉਹਨੂੰ ਵੇਖ ਰਹੀ ਸੀ।
ਉਹਨੂੰ ਪਤਾ ਨਹੀਂ ਸੀ ਕਿ ਕਲਾਰਾ ਭਰਮ ਵਿੱਚ ਗਵਾਚ ਗਈ ਸੀ। ਪੁੱਤ, ਕੀ ਤੂੰ ਪੂਰੀ ਰਾਤ ਇੱਥੇ ਹੀ ਸੁੱਤੀ ਸੀ? ਮਾਂ, ਮੈਂ ਪਰ ਮੈਨੂੰ ਸਭ ਕੁਝ ਕਿੰਨਾ ਸੱਚ ਲੱਗ ਰਿਹਾ ਸੀ। ਆਪਣੇ ਸੁਪਨੇ ਵਿੱਚ ਵਾਪਸ ਜਾਣ ਦੇ ਖਿਆਲ ਦੀ ਖੁਸ਼ੀ ਵਿੱਚ ਕਲਾਰਾ ਨੇ ਫਿਰ ਤੋਂ ਆਪਣੀਆਂ ਅੱਖਾਂ ਬੰਦ ਕਰ ਲਈਆਂ। ਇੱਕ ਸਮੇਂ ਦੀ ਗੱਲ ਹੈ। ਇੱਕ ਬਹੁਤ ਸੋਹਣੀ ਪ੍ਰਿੰਸੈਸ ਇੱਕ ਵੱਡੇ ਜਿਹੇ ਮਹਿਲ ਵਿੱਚ ਰਹਿੰਦੀ ਸੀ। ਇੱਕ ਦਿਨ ਉਹਦੇ ਪਾਪਾ ਮਹਾਰਾਜ ਜੀ ਨੇ ਉਹਨੂੰ ਬਰਥਡੇ ਗਿਫਟ ਵਿੱਚ ਇੱਕ 골ਡਨ ਬਾਲ ਦਿੱਤਾ। ਹੈਪੀ ਬਰਥਡੇ ਧੀਏ। ਥੈਂਕ ਯੂ ਪਾਪਾ। ਪ੍ਰਿੰਸੈਸ ਨੂੰ ਇਹ 골ਡਨ ਬਾਲ ਬਹੁਤ ਪਸੰਦ ਸੀ ਅਤੇ ਉਹ ਆਪਣਾ ਸਾਰਾ ਵਕਤ ਇਹਦੇ ਨਾਲ ਖੇਲਦੀ ਰਹਿੰਦੀ ਸੀ। ਇੱਕ ਦਿਨ ਉਹ ਖੇਲਦੇ ਖੇਲਦੇ ਬਾਹਰ ਚਲੀ ਗਈ। ਪ੍ਰਿੰਸੈਸ ਬਾਲ ਨਾਲ ਖੇਲਦੇ ਖੇਲਦੇ ਇੱਕ ਪੌਂਡ ਦੇ ਨੇੜੇ ਪਹੁੰਚ ਗਈ। ਉਹਨੇ ਬਾਲ ਨੂੰ ਹਵਾ ਵਿੱਚ ਉਛਾਲਿਆ ਅਤੇ ਉਹ ਬਾਲ ਨੂੰ ਫੜ ਨਹੀਂ ਸਕੀ। ਮੇਰੀ ਬਾਲ! ਪ੍ਰਿੰਸੈਸ ਬਾਲ ਦੇ ਪਿੱਛੇ ਪਿੱਛੇ ਭੱਜਣ ਲੱਗੀ ਅਤੇ ਬਾਲ ਹੋਰ ਦੂਰ ਹੁੰਦੀ ਜਾ ਰਹੀ ਸੀ। ਅੱਗੇ ਜਾ ਕੇ ਉਹ ਬਾਲ ਪੌਂਡ ਵਿੱਚ ਡਿੱਗ ਪਈ ਅਤੇ ਡੂੰਘੇ ਪਾਣੀ ਵਿੱਚ ਡੁੱਬ ਗਈ। ਓਏ ਨਹੀਂ! ਪ੍ਰਿੰਸੈਸ ਪੌਂਡ ਦੇ ਕੰਢੇ ਬਹਿ ਕੇ ਰੋਣ ਲੱਗ ਪਈ। ਮੇਰਾ ਪਿਆਰਾ 골ਡਨ ਬਾਲ, ਹੁਣ ਮੈਂ ਕਿਵੇਂ ਉਹਨੂੰ ਵਾਪਸ ਲੈ ਕੇ ਆਵਾਂ? ਅਚਾਨਕ ਪ੍ਰਿੰਸੈਸ ਨੇ ਇੱਕ ਆਵਾਜ਼ ਸੁਣੀ। ਰਿਬਟ। ਮੇਰੀ ਸੋਹਣੀ ਪ੍ਰਿੰਸੈਸ, ਤੁਸੀਂ ਕਿਉਂ ਰੋ ਰਹੇ ਹੋ? ਪ੍ਰਿੰਸੈਸ ਨੇ ਆਲੇ ਦੁਆਲੇ ਵੇਖਿਆ ਪਰ ਸਮਝ ਨਹੀਂ ਸਕੀ ਕਿ ਆਵਾਜ਼ ਕਿੱਥੋਂ ਆ ਰਹੀ ਹੈ। ਜਦੋਂ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਡੱਡੂ ਦੀ ਆਵਾਜ਼ ਹੈ, ਜਿਹੜਾ ਕੋਲ ਬੈਠਾ ਪ੍ਰਿੰਸੈਸ ਨੂੰ ਵੇਖ ਰਿਹਾ ਸੀ। ਡੱਡੂ ਨੇ ਪ੍ਰਿੰਸੈਸ ਵੱਲ ਛਾਲ ਮਾਰੀ ਅਤੇ ਫਿਰ ਪੁੱਛਿਆ, ਕੀ ਹੋਇਆ ਮੇਰੀ ਸੋਹਣੀ ਪ੍ਰਿੰਸੈਸ, ਤੁਸੀਂ ਕਿਉਂ ਰੋ ਰਹੇ ਹੋ? ਪ੍ਰਿੰਸੈਸ ਹੈਰਾਨ ਹੋ ਗਈ ਜਦੋਂ ਉਹਨੇ ਡੱਡੂ ਨੂੰ ਬੋਲਦੇ ਹੋਏ ਵੇਖਿਆ। ਇੱਕ ਬੋਲਣ ਵਾਲਾ ਡੱਡੂ, ਇਹ ਕਿਵੇਂ ਹੋ ਸਕਦਾ ਹੈ? ਓਹੋ ਪ੍ਰਿੰਸੈਸ, ਸਾਹਮਣੇ ਬੈਠਾ ਹਾਂ ਮੈਂ ਤੁਹਾਡੇ, ਦੱਸੋ ਕਿਉਂ ਰੋ ਰਹੇ ਹੋ? ਆਪਣੇ ਆਪ ਨੂੰ ਸ਼ਾਂਤ ਕਰਕੇ ਪ੍ਰਿੰਸੈਸ ਆਪਣੀ ਕਹਾਣੀ ਡੱਡੂ ਨੂੰ ਦੱਸਣ ਲੱਗੀ। 골ਡਨ ਬਾਲ ਜਿਹੜਾ ਮੇਰੇ ਪਾਪਾ ਨੇ ਮੈਨੂੰ ਦਿੱਤਾ ਸੀ, ਉਹ ਪੌਂਡ ਦੇ ਵਿੱਚ ਡਿੱਗ ਗਿਆ ਹੈ। ਹੁਣ ਮੈਂ ਕੀ ਕਰਾਂ? ਡੱਡੂ ਪ੍ਰਿੰਸੈਸ ਦੇ ਪੈਰਾਂ ਦੇ ਨੇੜੇ ਆਇਆ ਅਤੇ ਉਹਨੇ ਪ੍ਰਿੰਸੈਸ ਨੂੰ ਇੱਕ ਤਰਕੀਬ ਦੱਸੀ। ਸੋਹਣੀ ਪ੍ਰਿੰਸੈਸ, ਮੈਂ ਤੁਹਾਡਾ ਬਾਲ ਲਿਆਵਾਂਗਾ, ਪਰ ਉਹਦੇ ਬਦਲੇ ਤੁਹਾਨੂੰ ਮੇਰੇ ਲਈ ਕੁਝ ਕਰਨਾ ਪਵੇਗਾ। ਪ੍ਰਿੰਸੈਸ ਸਮਝ ਨਹੀਂ ਸਕੀ, ਪਰ ਕਰਨਾ ਕੀ ਹੋਵੇਗਾ? ਜੇ ਤੁਸੀਂ ਮੇਰੀ ਮਿੱਤਰ ਬਣ ਜਾਵੋ ਤਾਂ ਮੈਂ ਤੁਹਾਡੇ ਨਾਲ ਮਹਿਲ ਵਿੱਚ ਰਹਿਣਾ ਚਾਹਾਂਗਾ। ਪ੍ਰਿੰਸੈਸ ਨੇ ਇਸ ਬਾਰੇ ਵਿੱਚ ਸੋਚਿਆ ਅਤੇ ਉਹਦੀ ਗੱਲ ਮੰਨ ਲਈ ਅਤੇ ਡੱਡੂ ਨੇ ਉਸੇ ਵੇਲੇ ਪਾਣੀ ਵਿੱਚ ਛਾਲ ਮਾਰੀ ਅਤੇ ਅੰਦਰ ਗਿਆ। ਥੋੜੀ ਦੇਰ ਬਾਅਦ ਡੱਡੂ ਬਾਲ ਦੇ ਨਾਲ ਬਾਹਰ ਆਇਆ ਅਤੇ ਉਹਨੇ ਬਾਲ ਨੂੰ ਪ੍ਰਿੰਸੈਸ ਵੱਲ ਸੁੱਟ ਦਿੱਤਾ। ਬਾਲ ਮਿਲਦੇ ਹੀ ਪ੍ਰਿੰਸੈਸ ਖੁਸ਼ੀ-ਖੁਸ਼ੀ ਵਾਪਸ ਮਹਿਲ ਵੱਲ ਜਾਣ ਲੱਗੀ। ਪ੍ਰਿੰਸੈਸ ਨੂੰ ਉਹਨੂੰ ਛੱਡ ਕੇ ਜਾਂਦਾ ਵੇਖ ਡੱਡੂ ਨੇ ਜ਼ੋਰ ਨਾਲ ਆਵਾਜ਼ ਮਾਰੀ, ਮੇਰੀ ਸੋਹਣੀ ਪ੍ਰਿੰਸੈਸ, ਤੁਸੀਂ ਮੈਨੂੰ ਭੁੱਲ ਗਏ। ਤੁਸੀਂ ਵਾਅਦਾ ਕੀਤਾ ਸੀ ਮੈਨੂੰ ਮਹਿਲ ਲੈ ਕੇ ਜਾਣ ਦਾ। ਪ੍ਰਿੰਸੈਸ ਦੂਰੋਂ ਚਿল্ਲਾਈ ਹੱਸਦੇ ਹੋਏ, ਤੇਰੇ ਵਰਗਾ ਭੈੜਾ ਦਿਖਣ ਵਾਲਾ ਡੱਡੂ ਮੇਰੇ ਵਰਗੀ ਪ੍ਰਿੰਸੈਸ ਦੇ ਨਾਲ ਰਹਿਣ ਦੇ ਬਾਰੇ ਸੋਚ ਵੀ ਕਿਵੇਂ ਸਕਦਾ ਹੈ? ਰਿਬਟ। ਪ੍ਰਿੰਸੈਸ ਡੱਡੂ ਨੂੰ ਉੱਥੇ ਹੀ ਛੱਡ ਕੇ ਮਹਿਲ ਵਿੱਚ ਚਲੀ ਗਈ। ਰਾਤ ਨੂੰ ਮਹਾਰਾਜਾ, ਰਾਣੀ ਅਤੇ ਪ੍ਰਿੰਸੈਸ ਡਿਨਰ ਟੇਬਲ ਤੇ ਬੈਠੇ। ਜਦੋਂ ਉਹ ਖਾਣਾ ਸ਼ੁਰੂ ਹੀ ਕਰਨ ਲੱਗੇ ਸੀ, ਉਸੇ ਵੇਲੇ ਉਹਨਾਂ ਨੂੰ ਬੂਹੇ ਉੱਤੇ ਦਸਤਕ ਸੁਣੀ। ਮੇਡ ਨੇ ਉਹਨਾਂ ਨੂੰ ਦੱਸਿਆ ਕਿ ਡੱਡੂ ਆਇਆ ਹੈ ਅਤੇ ਕਿਹਾ ਕਿ ਪ੍ਰਿੰਸੈਸ ਨੇ ਉਹਨੂੰ ਇਨਵਾਈਟ ਕੀਤਾ ਹੈ ਅਤੇ ਉਹ ਅੰਦਰ ਆਣਾ ਚਾਹੁੰਦਾ ਹੈ। ਮਹਾਰਾਜ ਜੀ ਹੈਰਾਨ ਹੋਏ ਅਤੇ ਉਹਨਾਂ ਨੇ ਆਪਣੀ ਧੀ ਨੂੰ ਪੁੱਛਿਆ, ਤੂੰ ਦੱਸੇਂਗੀ ਕੀ ਹੋ ਰਿਹਾ ਧੀਏ? ਉਹ ਪਾਪਾ। ਪ੍ਰਿੰਸੈਸ ਨੇ ਸਭ ਕੁਝ ਦੱਸਿਆ ਜਿਹੜਾ ਸਵੇਰੇ ਪੌਂਡ ਦੇ ਕੋਲ ਹੋਇਆ ਸੀ। ਜੇ ਤੂੰ ਡੱਡੂ ਨੂੰ ਵਾਅਦਾ ਕੀਤਾ ਹੈ ਬਾਲ ਬਚਾਉਣ ਦੇ ਲਈ,
ਤਾਂ ਤੈਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ। ਮਹਾਰਾਜ ਨੇ ਮੇਡ ਨੂੰ ਕਿਹਾ ਕਿ ਡੱਡੂ ਨੂੰ ਅੰਦਰ ਲੈ ਕੇ ਆਓ। ਥੋੜੀ ਦੇਰ ਬਾਅਦ ਬੂਹਾ ਖੁੱਲਿਆ ਅਤੇ ਡੱਡੂ ਛਾਲਾਂ ਮਾਰਦਾ ਹੋਇਆ ਅੰਦਰ ਆਇਆ ਅਤੇ ਡਿਨਰ ਟੇਬਲ ਦੇ ਕੋਲ ਆ ਕੇ ਰੁਕ ਗਿਆ। ਗੁੱਡ ਈਵਨਿੰਗ ਸਾਰਿਆਂ ਨੂੰ ਤੇ ਮਹਾਰਾਜਾ ਜੀ ਥੈਂਕ ਯੂ ਮੈਨੂੰ ਅੰਦਰ ਬੁਲਾਉਣ ਦੇ ਲਈ। ਆਹਾ ਇੱਕ ਲੰਬੀ ਜਿਹੀ ਛਾਲ ਮਾਰ ਕੇ ਡੱਡੂ ਪ੍ਰਿੰਸੈਸ ਦੀ ਪਲੇਟ ਦੇ ਕੋਲ ਪਹੁੰਚ ਗਿਆ। ਦੁਖੀ ਹੋ ਕੇ ਪ੍ਰਿੰਸੈਸ ਨੇ ਡੱਡੂ ਨੂੰ ਵੇਖਿਆ। ਮਹਾਰਾਜ ਜੀ ਡੱਡੂ ਵਾਸਤੇ ਇੱਕ ਪਲੇਟ ਮੰਗਾ ਰਹੇ ਸੀ, ਪਰ ਡੱਡੂ ਨੇ ਉਹਨਾਂ ਨੂੰ ਰੋਕ ਦਿੱਤਾ। ਪਲੇਟ ਦੀ ਲੋੜ ਨਹੀਂ, ਮੈਂ ਪ੍ਰਿੰਸੈਸ ਦੀ ਪਲੇਟ ਵਿੱਚੋਂ ਹੀ ਖਾ ਲਵਾਂਗਾ। ਡੱਡੂ ਨੇ ਪ੍ਰਿੰਸੈਸ ਦੀ ਪਲੇਟ ਵਿੱਚੋਂ ਖਾਣਾ ਸ਼ੁਰੂ ਕਰ ਦਿੱਤਾ। ਪ੍ਰਿੰਸੈਸ ਪਰੇਸ਼ਾਨ ਹੋਈ, ਪਰ ਸੋਚਿਆ ਕਿ ਡਿਨਰ ਤੋਂ ਬਾਅਦ ਤਾਂ ਉਹ ਵੈਸੇ ਵੀ ਚਲਾ ਹੀ ਜਾਵੇਗਾ ਅਤੇ ਕੁਝ ਨਹੀਂ ਬੋਲੀ। ਪਰ ਡੱਡੂ ਦੇ ਕੋਈ ਇਰਾਦੇ ਨਹੀਂ ਸੀ ਡਿਨਰ ਤੋਂ ਬਾਅਦ ਵਾਪਸ ਜਾਣ ਦੇ। ਜਦੋਂ ਪ੍ਰਿੰਸੈਸ ਟੇਬਲ ਤੋਂ ਉੱਠੀ ਤਾਂ ਡੱਡੂ ਨੇ ਉਹਨਾਂ ਨੂੰ ਰੂਮ ਤੱਕ ਫੋਲੋ ਕੀਤਾ। ਸਮੇਂ ਗੁਜ਼ਰਿਆ ਅਤੇ ਡੱਡੂ ਨੂੰ ਨੀਂਦ ਆਉਣ ਲੱਗੀ। ਮੇਰੀ ਸੋਹਣੀ ਪ੍ਰਿੰਸੈਸ, ਮੈਨੂੰ ਨੀਂਦ ਆ ਰਹੀ ਹੈ। ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਡੇ ਬਿਸਤਰ ਤੇ ਸੌਣਾ ਚਾਹਾਂਗਾ। ਮਹਾਰਾਜ ਨੂੰ ਬੁਰਾ ਨਾ ਲੱਗੇ ਇਸ ਡਰ ਤੋਂ ਪ੍ਰਿੰਸੈਸ ਨੇ ਡੱਡੂ ਦੀ ਗੱਲ ਮੰਨ ਲਈ। ਡੱਡੂ ਨੇ ਬੈੱਡ ਉੱਤੇ ਛਾਲ ਮਾਰੀ ਅਤੇ ਆਪਣਾ ਸਿਰ ਪ੍ਰਿੰਸੈਸ ਦੇ ਨਰਮ ਸਰਾਣੇ ਉੱਤੇ ਰੱਖ ਦਿੱਤਾ। ਆਪਣਾ ਗੁੱਸਾ ਦਬਾਉਣ ਦੀ ਕੋਸ਼ਿਸ਼ ਕਰਦੇ ਹੋਏ ਪ੍ਰਿੰਸੈਸ ਡੱਡੂ ਦੇ ਨੇੜੇ ਹੀ ਸੋ ਗਈ। ਸਵੇਰ ਹੁੰਦੇ ਹੀ ਡੱਡੂ ਨੇ ਪ੍ਰਿੰਸੈਸ ਨੂੰ ਜਗਾਇਆ। ਗੁੱਡ ਮਾਰਨਿੰਗ ਮੇਰੀ ਸੋਹਣੀ ਪ੍ਰਿੰਸੈਸ, ਮੇਰੀ ਇੱਕ ਹੋਰ ਵਿਸ਼ ਹੈ, ਬਸ ਉਸ ਨੂੰ ਪੂਰਾ ਕਰ ਦੋ ਤਾਂ ਮੈਂ ਹੁਣੇ ਚਲਾ ਜਾਵਾਂਗਾ। ਡੱਡੂ ਚਲਾ ਜਾਵੇਗਾ। ਇਸ ਗੱਲ ਤੋਂ ਪ੍ਰਿੰਸੈਸ ਬੜੀ ਖੁਸ਼ ਹੋਈ, ਪਰ ਉਹਨੇ ਇਹ ਵਿਖਾਇਆ ਨਹੀਂ। ਚੰਗਾ, ਦੱਸੋ ਹੁਣ ਕੀ ਹੈ? ਡੱਡੂ ਨੇ ਪ੍ਰਿੰਸੈਸ ਦੀ ਅੱਖਾਂ ਵਿੱਚ ਵੇਖਿਆ ਅਤੇ ਕਿਹਾ, ਮੈਂ ਚਾਹਨਾ ਕਿ ਤੁਸੀਂ ਮੈਨੂੰ ਕਿਸ ਕਰੋ ਪ੍ਰਿੰਸੈਸ। ਪ੍ਰਿੰਸੈਸ ਗੁੱਸੇ ਵਿੱਚ ਡੱਡੂ ਤੋਂ ਦੂਰ ਖੜੀ ਹੋਈ। ਤੇਰੀ ਹਿੰਮਤ ਕਿਵੇਂ ਹੋਈ? ਇਹ ਕਦੇ ਨਹੀਂ ਹੋਵੇਗਾ। ਡੱਡੂ ਦੇ ਬੁੱਲਾਂ ਤੋਂ ਮੁਸਕਾਨ ਗਾਇਬ ਹੋ ਗਈ ਅਤੇ ਅੱਖਾਂ ਵਿੱਚ ਹੰਝੂ ਭਰ ਆਏ। ਪ੍ਰਿੰਸੈਸ ਨੇ ਥੋੜੀ ਦੇਰ ਸੋਚਿਆ, ਇਹਦੇ ਵਿੱਚ ਕੀ ਹੈ? ਇੱਕ ਨਿੱਕੀ ਜਿਹੀ ਕਿਸ ਹੀ ਤਾਂ ਹੈ ਅਤੇ ਉਸ ਤੋਂ ਬਾਅਦ ਇਹਦੇ ਤੋਂ ਛੁਟਕਾਰਾ। ਅਤੇ ਪ੍ਰਿੰਸੈਸ ਨੇ ਡੱਡੂ ਨੂੰ ਕਿਸ ਕੀਤਾ। ਜਿਵੇਂ ਹੀ ਪ੍ਰਿੰਸੈਸ ਨੇ ਡੱਡੂ ਨੂੰ ਕਿਸ ਕੀਤਾ, ਪੂਰਾ ਕਮਰਾ ਚਿੱਟੀ ਰੋਸ਼ਨੀ ਨਾਲ ਭਰ ਗਿਆ। ਰੋਸ਼ਨੀ ਵਿੱਚ ਪ੍ਰਿੰਸੈਸ ਨੂੰ ਕੁਝ ਨਹੀਂ ਦਿਖ ਰਿਹਾ ਸੀ। ਥੋੜੀ ਦੇਰ ਬਾਅਦ ਜਦੋਂ ਰੋਸ਼ਨੀ ਘੱਟ ਹੋਣ ਲੱਗੀ, ਪ੍ਰਿੰਸੈਸ ਨੂੰ ਫੇਰ ਤੋਂ ਦਿਖਣ ਲੱਗਿਆ, ਪਰ ਇਸ ਵਾਰੀ ਉਹਨੂੰ ਆਪਣੀਆਂ ਅੱਖਾਂ ਤੇ ਭਰੋਸਾ ਨਹੀਂ ਹੋਇਆ। ਉੱਥੇ ਜਿੱਥੇ ਡੱਡੂ ਖੜਾ ਸੀ, ਹੁਣ ਇੱਕ ਹੈਂਡਸਮ ਪ੍ਰਿੰਸ ਖੜਾ ਸੀ। ਪ੍ਰਿੰਸੈਸ ਨੂੰ ਸਮਝ ਨਹੀਂ ਆਇਆ ਕਿ ਇਹ ਸੱਚ ਹੈ ਜਾਂ ਨਹੀਂ, ਅਤੇ ਇਸ ਕਰਕੇ ਉਹਨੇ ਪੁੱਛਿਆ, ਤੁਸੀਂ ਕੌਣ ਹੋ? ਉਸ ਡੱਡੂ ਨੂੰ ਕੀ ਹੋਇਆ? ਮੇਰੀ ਸੋਹਣੀ ਪ੍ਰਿੰਸੈਸ, ਮੈਂ ਇੱਕ ਦੂਰ ਰਾਜ ਦਾ ਪ੍ਰਿੰਸ ਹਾਂ। ਇੱਕ ਚੁੜੇਲ ਨੇ ਜਾਦੂ ਕਰਕੇ ਮੈਨੂੰ ਡੱਡੂ ਬਣਾਤਾ ਸੀ। ਉਹ ਜਾਦੂ ਤੋੜਨ ਦੇ ਲਈ ਮੈਨੂੰ ਇੱਕ ਪ੍ਰਿੰਸੈਸ ਦੇ ਨਾਲ ਇੱਕ ਰਾਤ ਰਹਿਣਾ ਸੀ ਤੇ ਕਿਸ ਲੈਣੀ ਸੀ। ਤੁਸੀਂ ਮੈਨੂੰ ਹਮੇਸ਼ਾ ਲਈ ਡੱਡੂ ਰਹਿਣ ਤੋਂ ਬਚਾ ਲਿਆ। ਪ੍ਰਿੰਸੈਸ ਹੈਰਾਨ ਤਾਂ ਹੋਈ, ਪਰ ਬੜੀ ਖੁਸ਼ ਵੀ ਹੋਈ। ਦੋਨੋਂ ਮਹਾਰਾਜਾ ਕੋਲ ਗਏ ਅਤੇ ਉਹਨਾਂ ਨੂੰ ਪੂਰੀ ਕਹਾਣੀ ਦੱਸੀ। ਧੀਏ, ਡੱਡੂ ਨੇ ਤੈਨੂੰ ਇਹ ਦੂਜੀ ਗੱਲ ਸਿਖਾਈ ਹੈ। ਸਾਨੂੰ ਕਿਸੇ ਦੀ ਸੱਚਾਈ ਜਾਣੇ ਬਿਨਾ ਉਹ ਕਿੱਦਾਂ ਦਾ ਦਿਖਦਾ ਹੈ, ਇਸ ਗੱਲ ਤੋਂ ਕਿਸੇ ਦੇ ਬਾਰੇ ਫੈਸਲਾ ਨਹੀਂ ਲੈਣਾ ਚਾਹੀਦਾ। ਮਹਾਰਾਜ ਨੇ ਕੁਝ ਹੋਰ ਦਿਨ ਪ੍ਰਿੰਸ ਦੀ ਮਹਿਮਾਨ ਨਵਾਜੀ ਕੀਤੀ ਆਪਣੇ ਮਹਿਲ ਵਿੱਚ। ਪ੍ਰਿੰਸ ਅਤੇ ਪ੍ਰਿੰਸੈਸ ਪੌਂਡ ਦੇ ਕੋਲ ਆਏ, ਜਿੱਥੇ ਉਹ ਪਹਿਲੀ ਵਾਰੀ ਮਿਲੇ ਸੀ। ਮੇਰੀ ਪ੍ਰਿੰਸੈਸ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਤੇ ਮੇਰੇ ਘਰ ਚੱਲੋਗੇ? ਪ੍ਰਿੰਸੈਸ ਮੁਸਕਰਾਈ ਅਤੇ ਸਿਰ ਹਿਲਾ ਕੇ ਹਾਂ ਕਿਹਾ, ਅਤੇ ਠੀਕ ਉਸੇ ਵੇਲੇ ਇੱਕ ਆਵਾਜ਼ ਆਈ। Ribbit, ribbit. ਦੋਨੋਂ ਜਿੱਥੋਂ ਆਵਾਜ਼ ਆਈ ਸੀ ਉਹਦੇ ਵੱਲ ਮੁੜੇ ਅਤੇ ਵੇਖਿਆ, ਉੱਥੇ ਪੌਂਡ ਦੇ ਕੋਲ ਇੱਕ ਡੱਡੂ ਸੀ। ਦੋਨਾਂ ਨੇ ਆਪਣੇ ਸਾਹ ਰੋਕ ਲਏ ਅਤੇ ਉਹਦੇ ਬੋਲਣ ਦੀ ਉਡੀਕ ਕਰਨ ਲੱਗੇ। ਚਿੰਤਾ ਨਾ ਕਰ ਛੋਟੇ ਮੇਂਢਕ, ਇੱਕ ਦਿਨ ਤੈਨੂੰ ਵੀ ਤੇਰੀ ਪ੍ਰਿੰਸੈਸ ਮਿਲੂਗੀ। ਪ੍ਰਿੰਸ ਤੇ ਪ੍ਰਿੰਸੈਸ ਹੱਸਣ ਲੱਗੇ। ਥੋੜੇ ਦਿਨਾਂ ਬਾਅਦ ਦੋਨਾਂ ਨੇ ਵਿਆਹ ਕਰ ਲਿਆ ਅਤੇ ਖੁਸ਼ੀ-ਖੁਸ਼ੀ
ਰਹੇ ਹਮੇਸ਼ਾ।